दाता पुरख निरभउ निर्वैर अकाल मूरत अजूनी सैभं गुर प्रसाद। जप आद सच जुगाद सच है भी सच नानक होसी भी सच। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਪੇਖ ਕਉ ਕਹਿ ਨਾ ਸਕਤ ਕੇਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੁਹਾਗਣੀ ਜਾਏ ਪੂਛੋ ਮੁਈਏ ਜਿਨੀ ਵਿੱਚੋਂ ਆਪ ਗਵਾਇਆ ਫਿਰ ਕਾ ਹੁਕਮ ਨਾ ਪਾਇਓ ਮੁਈਏ। ਜਿਨੀ ਵਿੱਚੋਂ ਆਪ ਨਾ ਗਵਾਇਆ ਸੁਹਾਗਣੀ ਜਾਏ ਪੂਛੋ ਮੁਈਏ। ਜਿਨੀ ਵਿੱਚੋਂ ਆਪ ਗਵਾਇਆ ਫਿਰ ਕਾ ਹੁਕਮ ਨਾ ਪਾਇਓ ਮੁਈਏ। ਜਿਨੀ ਵਿੱਚੋਂ ਆਪ ਨਾ ਗਵਾਇਆ ਜਿਨੀ ਆਪ ਗਵਾਇਆ ਤਿਨੀ ਫਿਰ ਪਾਇਆ। ਰੰਗ ਸਿਉ ਰਲੀਆ ਮਾਣੈ ਸਦਾ ਰੰਗ ਰਾਤੀ ਸਹਿਜੇ ਮਾਤੀ ਅਨ ਦਿਨ ਨਾਮ ਵਖਾਣੈ। ਕਾਮਣ ਵਡ ਭਾਗੀ ਅੰਤਰ ਲਿਵ ਲਾਗੀ ਹਰ ਕਾ ਪ੍ਰੇਮ ਸੁਭਾਇਆ। ਨਾਨਕ ਕਾਮਣ ਸਹਿਜੇ ਰਾਤੀ ਜਿਨ ਸੱਚ ਸਿਗਾਰ ਬਣਾਇਆ। ਕਾਮਣ ਵਡ ਭਾਗੀ ਅੰਤਰ ਲਿਵ ਲਾਗੀ ਹਰ ਕਾ ਪ੍ਰੇਮ ਸੁਭਾਇਆ। ਨਾਨਕ ਕਾਮਣ ਸਹਿਜੇ ਰਾਤੀ ਸੱਚ ਸਿਗਾਰ ਬਣਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਪਵਿੱਤਰ ਪਾਵਨ ਚਰਨ ਕਮਲਾਂ ਵਿਖੇ ਸੱਦਿਆ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਗੁਰੂ ਚਰਨਾਂ 'ਚ ਹਾਜ਼ਰ ਹੋ ਕੇ ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਦੇ ਨਿਤਨੇਮ, ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸੰਗਤ ਨੇ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਸਤਿਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਚਰਨਾਂ 'ਚ ਇਕਾਗਰ ਕਰੀਏ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣ ਆਵੈ। ਗੁਰੂ ਅਮਰਦਾਸ ਕੀ ਅਕਥ ਕਥਾ ਹੈ। ਇੱਕ ਜਿਹੀ ਕਛ ਕਹੀ ਨਾ ਜਾਈ। ਇੱਕ ਜੀਵ ਨਾਲ, ਇੱਕ ਰਸਨਾ ਨਾਲ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਦੇ ਗੁਣ ਨਹੀਂ ਗਾਏ ਜਾ ਸਕਦੇ। ਐਸੀ ਕਿਰਪਾ ਕੀਤੀ ਗੁਰੂ ਅਮਰਦਾਸ ਪਰਸੀਐ ਪਹੁਮ ਪਾਤਕ ਬਿਨਾਸੈ। ਗੁਰੂ ਅਮਰਦਾਸ ਜੀ ਦੇ ਚਰਨ ਜਿਹੜੀ ਧਰਤੀ 'ਤੇ ਪੈ ਗਏ, ਉਸ ਧਰਤੀ ਦੀਆਂ ਬੁਰਾਈਆਂ, ਉਸ ਧਰਤੀ ਦੇ ਔਗਣ, ਉਸ ਧਰਤੀ ਦੇ ਪਾਪ ਸਭ ਮਿਟ ਗਏ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਉਹਨਾਂ ਦੀ ਬਾਣੀ ਦੇ ਨਾਲ, ਉਹਨਾਂ ਦੇ ਚਰਨਾਂ ਨਾਲ, ਉਹਨਾਂ ਦੀ ਸੰਗਤ ਨਾਲ ਬੇਅੰਤ ਬੇਅੰਤ ਜੀਵ ਤਰ ਗਏ ਹਨ। ਜਦੋਂ ਗੋਂਦੇ ਖੱਤਰੀ ਨੇ ਗੋਇੰਦਵਾਲ ਸਾਹਿਬ ਵਸਾਉਣ ਵਾਸਤੇ ਯਤਨ ਕੀਤਾ ਸੀ, ਇਹ ਗੋਂਦਵਾਲ ਗੋਂਦੇ ਖੱਤਰੀ ਨੇ ਮਰਵਾਏ ਜਾਤੀ ਦਾ ਸੀ, ਉਸਨੇ ਨਗਰ ਵਸਾਇਆ ਸੀ।
ਪਰ ਨਗਰ ਦੇ ਵਿੱਚ ਬੜੀ ਭਾਰੀ ਦਿੱਕਤ ਆਉਂਦੀ ਸੀ। ਕੰਧਾਂ ਖੜੀਆਂ ਕਰਦੇ, ਕੱਲ੍ਹ ਨੂੰ ਛੱਤ ਪਾਵਾਂਗੇ, ਰਾਤੋਂ ਰਾਤ ਕੋਈ ਕੰਧਾਂ ਢਾਹ ਦਿੰਦਾ। ਕਿਤੇ ਕਿਸੇ ਦਾ ਕੋਈ ਮਾਲ ਡੰਗਰ ਮਰ ਜਾਂਦਾ ਹੈ, ਕਿਸੇ ਦੇ ਘਰ ਵਿੱਚ ਕੋਈ ਪ੍ਰੇਤ ਆਤਮਾ ਦਾ ਵਾਸਾ ਹੋ ਜਾਂਦਾ ਹੈ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਜੋ ਬਾਣੀ 'ਚ ਲਿਖੇ ਹਨ, ਇਸ ਨਗਰੀ 'ਚ ਵੜ ਗਏ। ਸਾਰਿਆਂ ਦੀ ਬਿਰਤੀ ਪਰੇਸ਼ਾਨ ਹੋ ਗਏ। ਲੋਕ ਇੱਥੇ ਕੋਈ ਰਹਿ ਕੇ ਰਾਜੀ ਨਹੀਂ, ਡਰਦੇ ਮਾਰੇ ਦੌੜ ਕੇ ਇੱਥੋਂ ਛੱਡ ਕੇ ਸਾਰੇ ਲੋਕ। ਤਾਂ ਗੋਂਦਾ ਖੱਤਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਖੰਡੂਰ ਸਾਹਿਬ ਪਹੁੰਚਿਆ। ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਮੈਂ ਨਗਰ ਵਸਾ ਰਿਹਾ ਹਾਂ ਅਤੇ ਉਹਦੇ ਵਿੱਚ ਬੜੇ ਭਾਰੀ ਵਿਘਨ ਪੈ ਰਹੇ ਨੇ, ਨਗਰ ਸਿਰੇ ਨਹੀਂ ਲੱਗ ਰਿਹਾ। ਸਤਿਗੁਰੂ ਕਹਿਣ ਲੱਗੇ, ਗੁਰੂ ਨਾਨਕ ਦੇ ਦਰਬਾਰ 'ਚ ਝੂਠ ਨਾ ਬੋਲੀ, ਇਹ ਦੱਸ ਵੀ ਤੂੰ ਝੂਠੀ ਕਸਮ ਖਾਧੀ ਸੀ? ਕਹਿੰਦਾ, ਹਾਂ ਮਹਾਰਾਜ, ਬਾਦਸ਼ਾਹ ਦੀ ਕਚਹਿਰੀ 'ਚ ਇਸੇ ਜ਼ਮੀਨ ਦਾ ਝਗੜਾ ਸੀ। ਸ਼ਰੀਕਾਂ ਦੇ ਨਾਲ 2 ਦਾਅਵੇਦਾਰ ਸਨ, ਦੂਜੇ ਸ਼ਰੀਕ ਵੀ ਦਾਅਵਾ ਕਰਦੇ ਸਨ, ਪਰ ਮੈਂ ਝੂਠੀ ਕਸਮ ਪਾ ਕੇ ਜ਼ਮੀਨ ਆਪਣੇ ਨਾਂ ਕਰਾ ਲਈ। ਮਹਾਰਾਜ ਕਹਿੰਦੇ, ਫਿਰ ਜਿਹਦਾ ਕੰਮ ਮਾੜਾ ਕੀਤਾ ਹੋਵੇ ਉਹਦੀ ਸਜ਼ਾ ਤਾਂ ਭੋਗਣੀ ਪੈਂਦੀ ਹੈ। ਤੂੰ ਗੁਰੂ ਘਰ 'ਚ ਆ ਗਿਆ, ਜੇ ਬੰਦਾ ਗਲਤੀ ਕਰਕੇ ਗੁਰੂ ਦੀ ਸ਼ਰਨ ਪੈ ਜਾਵੇ ਤਾਂ ਰਿਆਇਤ ਹੋ ਜਾਂਦੀ ਹੈ, ਬਖਸ਼ਿਆ ਜਾਂਦਾ। ਸੋ ਝੂਠੀ ਕਸਮ ਤਾਂ ਕੀ ਸੱਚੀ ਵੀ ਨਹੀਂ ਪਾਉਣੀ ਚਾਹੀਦੀ, ਪਰ ਝੂਠੀ ਕਸਮ ਪਾਉਣਾ ਤਾਂ ਬਹੁਤ ਵੱਡਾ ਪਾਪ ਹੈ। ਤੂੰ ਧਰਮ ਦੀ ਮਰਜ਼ਾਦਾ ਦਾ ਉਲੰਘਣ ਕੀਤਾ ਸੀ, ਇਸ ਕਰਕੇ ਇੱਥੇ ਮਾੜੀਆਂ ਰੂਹਾਂ ਦਾ ਵਾਸਾ ਹੋ ਗਿਆ। ਜਿੱਥੇ ਸਾਧ ਸੰਗਤ ਜੀ ਭਜਨ ਕੀਰਤਨ ਨਾ ਹੋਵੇ, ਝੂਠ ਕਪਟ ਛਲ ਬੇਈਮਾਨੀ ਧੋਖਾਧੜੀ ਮਾੜੇ ਕਰਮ ਆ ਜਾਂਦੇ ਹਨ। ਉੱਥੇ ਫਿਰ ਇਹੋ ਜਿਹੀਆਂ ਭੈੜੀਆਂ ਰੂਹਾਂ ਵਾਸਾ ਕਰ ਜਾਂਦੀਆਂ ਹਨ। ਤੋ ਤੇਰਾ ਹੁਣ ਉਧਾਰ ਕਰਾਂਗੇ, ਤੂੰ ਸ਼ਰਨ ਆ ਗਿਆ ਹੈ। ਇਹ ਕਹਿ ਕੇ ਆਪਣੇ ਸੇਵਕ ਸ੍ਰੀ ਅਮਰਦਾਸ ਜੀ, ਉਦੋਂ ਗੁਰੂ ਨਹੀਂ ਸੀ ਬਣੇ, ਲੰਗਰ 'ਚ ਸੇਵਾ ਕਰਿਆ ਕਰਦੇ ਸਨ, ਉਹਨਾਂ ਨੂੰ ਨਾਲ ਭੇਜਿਆ ਅਤੇ ਬਚਨ ਕੀਤਾ ਵੀ ਜਿਹੜੀ ਗਲੀ 'ਚੋਂ ਲੰਘ ਜਾਓਗੇ ਉਸ ਗਲੀ ਦੇ ਵਿੱਚ ਭੂਤ ਪ੍ਰੇਤ ਨਹੀਂ ਰਹਿਣਗੇ। ਜਾ ਕੇ ਗੋਇੰਦਵਾਲ ਸਾਹਿਬ ਦੇ ਵਿੱਚ ਮਹਾਰਾਜ ਨੇ ਚਰਨ ਪਾਏ, ਸਾਰੀਆਂ ਮਾੜੀਆਂ ਰੂਹਾਂ ਚਲੀਆਂ ਗਈਆਂ। ਗੋਇੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਪਾਸ ਬਨਾਇਓ, ਗਇਓ ਦੁੱਖ ਦੂਰ ਬਰਖਣ ਕੋ, ਸੋ ਗੁਰੂਮੁਖ ਦੇਖ ਗਰੂ ਸੁਖ ਪਾਇਓ। ਗੋਇੰਦਵਾਲ ਸਾਹਿਬ ਗੁਰੂ ਦੀ ਪਵਿੱਤਰ ਨਗਰੀ ਹੈ, ਜਿੱਥੇ ਸਾਧ ਸੰਗਤ ਜੀ ਬੜੇ ਸਮਿਆਂ ਦਾ ਦੁੱਖ ਸੀ, ਗੁਰੂ ਅਮਰਦਾਸ ਨੇ ਦੂਰ ਕਰ ਦਿੱਤਾ। ਐਸੇ ਸਤਿਗੁਰੂ ਜੀ ਨੇ ਬੇਅੰਤ ਬਾਣੀ ਵੀ ਉਚਾਰਨ ਕੀਤੀ ਹੈ। 22 ਸਾਲ ਗੁਰਤਾ ਗੱਦੀ 'ਤੇ ਭਾਗ ਲਾਏ ਹਨ। ਪਹਿਲਾਂ 12 ਸਾਲ ਆਪਣੇ ਗੁਰਦੇਵ ਦੀ ਸੇਵਾ ਕੀਤੀ ਹੈ। ਉਸ ਤੋਂ ਪਹਿਲਾਂ ਵੀ ਆਪ ਜੀ ਦਾ ਜਨਮ ਜਦੋਂ ਹੀ ਧਾਰਮਿਕ ਜੀਵਨ ਸੀਗਾ। ਪਿਤਾ ਬਾਬਾ ਤੇਜਭਾਨ ਜੀ ਵੀ ਧਾਰਮਿਕ ਪ੍ਰਵਿਰਤੀ ਦੇ ਸਨ, ਔਰ ਸ੍ਰੀ ਅਮਰਦਾਸ ਜੀ ਵੀ 4 ਭਾਈਆਂ 'ਚੋਂ ਵੱਡੇ ਸਨ। ਹਰ ਸਾਲ ਗੰਗਾ ਦੀ ਯਾਤਰਾ 'ਤੇ ਹਰਿਦੁਆਰ ਜਾਣਾ, ਇਸ਼ਨਾਨ ਕਰਕੇ ਆਉਣਾ, ਧਾਰਮਿਕ ਲੋਕਾਂ ਦੀ ਸੰਗਤ ਵਿੱਚ ਰਹਿਣਾ, ਪੂਜਾ ਪਾਠ ਦਾਨ ਪੁੰਨ ਕਿਰਤ ਕਮਾਈ ਆਪਣੀ 10 ਨੋਹਾਂ ਦੀ ਸੱਚੀ ਸੁੱਚੀ ਕਰਨੀ। ਉਸ ਧਾਰਮਿਕ ਜੀਵਨ ਨੂੰ ਭਾਗ ਲੱਗਾ ਵੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਰਹਿਨੁਮਾਈ ਪ੍ਰਾਪਤ ਹੋਈ। ਫਿਰ ਜਿਹੜੀ 12 ਸਾਲ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ, ਉੱਥੋਂ ਫਿਰ ਪਰਮ ਪਦਵੀ ਦੀ ਪ੍ਰਾਪਤੀ ਹੋਈ। ਗੁਰੂ ਨਾਨਕ ਸਾਹਿਬ ਦੀ ਜੋਤ ਉਹਨਾਂ ਵਿੱਚ ਆ ਕੇ ਬਿਰਾਜਮਾਨ ਹੋ ਗਈ ਅਤੇ ਤੀਸਰੇ ਪਾਤਸ਼ਾਹ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਗਏ। ਸੋ ਉਹਨਾਂ ਨੇ ਗੁਰਬਾਣੀ ਦੇ ਵਿੱਚ ਜੋ ਬਚਨ ਜੀਵ ਆਤਮਾ ਨੂੰ ਸੁਹਾਗਣੀ ਨੂੰ ਸੁਹਾਗਣ ਬਣਾਉਣ ਵਾਸਤੇ, ਜੀਵ ਆਤਮਾ ਪਰਮਾਤਮਾ ਦੀ ਸੁਹਾਗਣ ਬਣ ਜਾਵੇ, ਵਾਹਿਗੁਰੂ ਦੀ ਪਤਨੀ ਬਣ ਜਾਵੇ, ਐਸੀਆਂ ਸੁੰਦਰ ਜੁਗਤੀਆਂ ਦੱਸੀਆਂ ਹਨ। ਆਓ ਮਨ ਬਿਰਤੀਆਂ ਪਾਤਸ਼ਾਹ ਦੇ ਚਰਨਾਂ 'ਚ ਜੋੜੀਏ, ਅਰਦਾਸ ਕਰੀਏ, ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰੋ, ਆਪਣੀ ਬਾਣੀ ਦਾ ਆਪ ਹੀ ਬੋਧ ਬਖਸ਼ੋ। ਸਾਡੇ ਕਲਯੁਗੀ ਜੀਵਾਂ 'ਚ ਇੰਨੀ ਸਮਰੱਥਾ ਨਹੀਂ ਹੈ ਕਿ ਅਸੀਂ ਆਪ ਜੀ ਦੀ ਬਾਣੀ ਦਾ ਬੋਧ ਪ੍ਰਾਪਤ ਕਰ ਸਕੀਏ। ਸਤਿਗੁਰੂ ਕਿਰਪਾ ਕਰੋ। ਪ੍ਰੇਮ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਹਾਗਣੀ ਜਾਏ ਪੁੱਛੋ ਮੁਈਏ। ਮੁਈਏ ਦਾ ਅਰਥ ਹੁੰਦਾ ਇਸਤਰੀ, ਬਾਲੀ। ਆਮ ਤੌਰ 'ਤੇ ਮਾਪੇ ਲਾਡ ਪਿਆਰ ਨਾਲ ਵੀ ਆਪਣੀਆਂ ਧੀਆਂ ਨੂੰ ਮੋਈਏ ਕਹਿ ਦਿੰਦੇ ਹਨ। ਮਰ ਜਾਣੀਏ, ਮੋਈਏ, ਇਹ ਲਾਡ ਪਿਆਰ ਨਾਲ ਕਹਿੰਦੇ ਹਨ। ਅਤੇ ਦੂਸਰਾ ਇਹਦਾ ਅਰਥ ਮੁਗਧ, ਭਾਵ ਅਣਜਾਣ, ਜਿਸ ਨੂੰ ਸਮਝ ਨਾ ਹੋਵੇ, ਬੱਚੀ। ਜਿਵੇਂ ਇਸੇ ਸ਼ਬਦ 'ਚ ਪਹਿਲੀ ਪੰਕਤੀ ਆਈ ਹੈ, ਧਨ ਬਾਲੀ ਭੋਲੀ। ਇਹ ਜਿਹੜੀ ਜੀਵ ਆਤਮਾ ਹੈ ਬਾਲੀ ਭੋਲੀ, ਭਾਵ ਇਹਨੂੰ ਬਾਲਕਾਂ ਵਾਲੀ ਅਵਸਥਾ ਹੈ, ਸਮਝ ਨਹੀਂ। ਜਿਵੇਂ ਕੋਈ ਅੱਲੜ ਮੁਟਿਆਰ 16-17 ਸਾਲ ਦੀ ਉਮਰ ਦੀ ਬੱਚੀ, ਉਹ ਸ਼ਾਦੀ ਤਾਂ ਉਹਦੀ ਕਰ ਦਿੱਤੀ ਜਾਂਦੀ ਹੈ, ਪਰ ਉਹਦੇ ਤੋਂ ਬਹੁਤੀ ਸਿਆਣਪ ਦੀ ਉਮੀਦ ਨਹੀਂ ਕੀਤੀ ਜਾਂਦੀ। ਜੇ ਉਹਨੂੰ ਕਹੀਏ ਵੀ ਹੁਣ ਉਹ ਬਜ਼ੁਰਗ ਇਸਤਰੀ ਦੇ ਬਰਾਬਰ ਬੋਲ ਸਕੇ, ਬਹਿ ਸਕੇ, ਉੱਠ ਸਕੇ, ਵਿਚਰ ਸਕੇ, ਸਮਾਜ ਨੂੰ ਸਮਝ ਸਕੇ, ਤਾਂ ਇੱਕਦਮ ਅਸੰਭਵ ਹੁੰਦਾ ਹੈ। ਹੌਲੇ ਹੌਲੇ ਹਰ ਇੱਕ ਜੀਵ ਆਤਮਾ, ਭਾਵੇਂ ਉਹ ਇਸਤਰੀ ਹੈ, ਪੁਰਸ਼ ਹੈ, ਜਿਉਂ-ਜਿਉਂ ਸਿਆਣਾ ਹੋਈ ਜਾਂਦਾ, ਤਜਰਬਾ ਜੀਵਨ ਦਾ, ਵਿਚਾਰ ਬਦਲਦੇ ਰਹਿੰਦੇ ਹੈ, ਖਿਆਲਾਂ ਦੇ ਵਿੱਚ ਵਿਆਪਕਤਾ ਹੋਈ ਜਾਂਦੀ ਹੈ। ਪਰ ਜਦੋਂ ਸ਼ੁਰੂਆਤੀ ਦੌਰ ਹੁੰਦਾ ਹੈ ਜ਼ਿੰਦਗੀ ਦਾ, ਉਦੋਂ ਸਾਧ ਸੰਗਤ ਜੀ ਸਾਰੀਆਂ ਗੱਲਾਂ ਦਾ ਅਨੁਭਵ ਪੂਰੀ ਤਰ੍ਹਾਂ ਨਹੀਂ ਹੁੰਦਾ। ਉਸ ਅਵਸਥਾ ਵਿੱਚ ਬਾਲੀ ਭੋਲੀ ਕਿਹਾ ਹੈ। ਪਰਮਾਤਮਾ ਦੇ ਮਾਮਲੇ 'ਚ ਆਪਾਂ ਸਾਰੇ ਹੀ ਅਜੇ ਅਣਜਾਣ ਹਾਂ। ਉੱਦਾਂ ਦੁਨਿਆਵੀ ਤੌਰ 'ਤੇ ਅਸੀਂ ਬਹੁਤ ਸਿਆਣੇ ਹਾਂ। ਦੁਨਿਆਵੀ ਤੌਰ 'ਤੇ ਅਸੀਂ ਬੜੀਆਂ ਯੂਨੀਵਰਸਿਟੀਆਂ 'ਚ ਪੜ੍ਹੇ ਹਾਂ, ਬੜੇ ਕਾਲਜਾਂ ਦੀ ਪੜ੍ਹਾਈ ਕੀਤੀ ਹੈ, ਬੜੇ ਗ੍ਰੰਥ ਪੜ੍ਹੇ ਹਨ, ਅਤੇ ਦੁਨਿਆਵੀ ਗੱਲਾਂ ਦੇ ਵਿੱਚ ਅਸੀਂ ਬਹੁਤ ਤਾਕ ਹਾਂ। ਪਰ ਪਰਮਾਤਮਾ ਦੇ ਮਾਮਲੇ ਵਿੱਚ, ਵਾਹਿਗੁਰੂ ਪਤੀ ਨੂੰ ਕਿਵੇਂ ਖੁਸ਼ ਕਰਨਾ ਹੈ, ਉਸ ਮਾਮਲੇ ਵਿੱਚ ਅਸੀਂ ਅਣਜਾਣ ਹਾਂ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀਵ ਰੂਪੀ ਇਸਤਰੀ ਨੂੰ ਅਣਜਾਣ ਨੂੰ ਕਹਿੰਦੇ ਨੇ, ਜੇ ਤੂੰ ਪਤੀ ਦਾ ਸੰਗ ਮਾਣਨਾ ਚਾਹੁੰਦੀ ਹੈ ਤਾਂ ਸੁਹਾਗਣਾ ਨੂੰ ਜਾ ਕੇ ਪੁੱਛ। ਸੁਹਾਗਣੀ ਜਾਏ ਪੁੱਛੋ ਮੁਈਏ। ਜਿਹੜੀਆਂ ਵਾਹਿਗੁਰੂ ਦੀਆਂ ਪਿਆਰੀਆਂ, ਉਹਦੇ ਲੜ ਲੱਗੀਆਂ ਹੋਈਆਂ ਪਵਿੱਤਰ ਆਤਮਾ ਹਨ, ਨਾਮ ਜਪਣ ਵਾਲੇ ਸੰਤ ਮਹਾਂਪੁਰਸ਼ ਬ੍ਰਹਮ ਗਿਆਨੀ ਹਨ, ਉਹਨਾਂ ਨੂੰ ਜਾ ਕੇ ਪੁੱਛੀਏ। ਪੁੱਛੋ ਸੰਤ ਮੇਰੋ ਠਾਕੁਰ ਕੈਸਾ, ਠਾਕੁਰ ਕੈਸਾ ਦਿਓ ਸੰਦੇਸਾ, ਕਹਿ ਮੋਹਨ ਪਰਵੇਸਾ। ਸੰਤਾਂ ਨੂੰ ਪੁੱਛੀਏ ਵੀ ਮੇਰਾ ਪਤੀ ਪਰਮਾਤਮਾ ਕਿਹੋ ਜਿਹਾ ਹੈ, ਉਹਦੀ ਸੇਵਾ ਕਿਵੇਂ ਕਰਨੀ ਹੈ, ਉਹਦੇ ਭਾਣੇ ਵਿੱਚ ਕਿਵੇਂ ਰਹਿਣਾ ਹੈ, ਕਿਵੇਂ ਉਸ ਨੂੰ ਖੁਸ਼ ਕਰਨਾ ਹੈ, ਇਹ ਤਾਂ ਸੁਹਾਗਣਾ ਹੀ ਦੱਸ ਸਕਦੀਆਂ ਨੇ। ਸੁਹਾਗਣੀ ਜਾਏ ਪੁੱਛੋ ਮੁਈਏ, ਜਿਹਨੇ ਵਿੱਚੋਂ ਆਪ ਗਵਾਇਆ। ਉਹਨਾਂ ਸੁਹਾਗਣਾ ਦੀ ਇੱਕ ਨਿਸ਼ਾਨੀ ਹੈ ਕਿ ਉਹਨਾਂ ਨੇ ਆਪਾ ਭਾਵ ਗਵਾ ਦਿੱਤਾ ਹੈ। ਆਪ ਗਵਾਈਐ ਤਾਂ ਸਹੁ ਪਾਈਐ। ਇਹੀ ਵੱਡੀ ਦਿੱਕਤ ਹੈ ਸਾਧ ਸੰਗਤ ਜੀ। ਕਬੀਰ ਮਾਇਆ ਤਜੀ ਤੋਂ ਕਿਆ ਪਿਆ। ਮਾਇਆ ਤਾਂ ਆਪਾਂ ਸਾਰੇ ਛੱਡਣ ਨੂੰ ਕਹਿੰਦੇ ਹਾਂ ਵੀ ਛੱਡ ਦਿੱਤੀ ਹੈ, ਛੱਡ ਦਿੱਤੀ ਹੈ। ਕਹਿੰਦੇ ਕੀ ਹੋਇਆ ਜੇ ਮਾਇਆ ਛੱਡਤੀ, ਮਾਣ ਤਜਿਆ ਨਹੀਂ ਜਾਏ। ਬੰਦੇ ਕੋਲੋਂ ਆਪਣਾ ਮਾਣ ਨਹੀਂ ਛੱਡਿਆ ਜਾਂਦਾ। ਅਸੀਂ ਕਥਾ ਕਰਨ ਵਾਲੇ ਵੀ, ਸੁਣਨ ਵਾਲੇ ਵੀ, ਗੁਰਦੁਆਰਿਆਂ 'ਚ ਰਹਿਣ ਵਾਲੇ ਵੀ ਇਸ ਕਿਲੇ ਨੂੰ ਨਹੀਂ ਢਾਹ ਸਕਦੇ। ਇਹ ਔਖਾ ਕੰਮ ਹੈ। ਕਿਤੇ ਨਾ ਕਿਤੇ ਇਹ ਦੀਵਾਰ ਸਾਹਮਣੇ ਖੜੀ ਨਜ਼ਰ ਆਉਂਦੀ ਹੈ। ਬਹੁਤ ਡੂੰਘੇ ਧਿਆਨ ਵਿੱਚ ਵੀ ਜਦੋਂ ਬੰਦਾ ਜਾਵੇ, ਉੱਥੇ ਵੀ ਮੈਂ ਹਾਂ ਇਹ ਸੂਖਮ ਅਨੁਭਵ ਜਾਂਦਾ ਨਹੀਂ। ਬਹੁਤ ਬਰੀਕੀ ਦਾ ਮਸਲਾ ਹੈ। ਭੰਬੀਰੀ ਕੇ ਪਾਤ ਪਾਰ ਦੋ, ਬਿਨ ਪੇਖੇ ਦੁਰ ਆਇਓ। ਜਿਵੇਂ ਭੰਬੀਰੀ ਦੇ ਖੰਭ ਹੁੰਦੇ ਨੇ, ਹੁੰਦੇ ਤਾਂ ਬੜੇ ਸੂਖਮ ਜਿਹੇ ਨੇ, ਪਰ ਪਾਰਦਰਸ਼ੀ ਨਹੀਂ ਹੁੰਦੇ। ਇੱਦਾਂ ਸੂਖਮ ਜਿਹਾ ਪੜਦਾ ਹਉਮੈ ਦਾ ਵਿੱਚ ਪਿਆ ਰਹਿੰਦਾ ਹੈ। ਜੇ ਨਿਕਲ ਜਾਵੇ ਤੇ ਆਤਮਾ ਪਰਮਾਤਮਾ ਰੂਪ ਹੀ ਹੈ। ਕਹਿੰਦੇ ਜਿਨ੍ਹਾਂ ਨੇ ਉਹ ਪਰਦਾ ਚੁੱਕ ਦਿੱਤਾ ਹੈ, ਉਹਨਾਂ ਨੂੰ ਜਾ ਕੇ ਪੁੱਛੋ। ਸੁਹਾਗਣੀ ਜਾਏ ਪੁੱਛੋ ਮੁਈਏ,
ਜਿਨੀ ਵਿੱਚੋਂ ਆਪ ਗਵਾਇਆ, ਜਿਨ੍ਹਾਂ ਨੇ ਆਪਣੇ ਵਿੱਚੋਂ ਮੈਂ ਮੇਰੀ ਨੂੰ ਗਵਾਇਆ ਹੈ। ਫਿਰ ਕਾ ਹੁਕਮ ਨ ਪਾਇਓ ਮੁਈਏ, ਜਿਨੀ ਵਿੱਚੋਂ ਆਪ ਨਾ ਗਵਾਇਆ। ਕਹਿੰਦੇ ਜਿਨ੍ਹਾਂ ਨੇ ਆਪਣਾ ਭਾਵ ਨਹੀਂ ਨਾ ਗਵਾਇਆ, ਮੈਂ ਛੱਡੀ ਨਹੀਂ, ਉਹਨਾਂ ਨੇ ਪਤੀ ਦਾ ਹੁਕਮ ਵੀ ਨਹੀਂ ਸਮਝਿਆ, ਉਹਨੂੰ ਸਮਝ ਨਹੀਂ ਆਈ। ਹੁਕਮ ਨੂੰ ਸਮਝਣ ਵਾਸਤੇ ਮੈਂ ਗਵਾਉਣੀ ਪੈਂਦੀ ਹੈ। ਹਉਮੈ ਤੇ ਹੁਕਮ ਦੋ ਹੀ ਚੀਜ਼ਾਂ ਨੇ। ਆ ਸ੍ਰੀ ਜਪਜੀ ਸਾਹਿਬ ਦੀ ਪਹਿਲੀਆਂ ਪੌੜੀਆਂ ਵਿੱਚ ਹੀ ਮਹਾਰਾਜ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਹੈ। ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹੈ ਨਾ ਕੋਇ। ਜਿਹੜਾ ਹੁਕਮ ਨੂੰ ਬੁੱਝ ਲੇਗਾ ਉਹ ਹਉਮੈ ਨਹੀਂ ਕਹੇਗਾ, ਜਿਹੜਾ ਹਉਮੈ ਨੂੰ ਛੱਡੇਗਾ ਉਹ ਹੁਕਮ ਨੂੰ ਬੁੱਝੇਗਾ। ਤੇ ਜਿਹਨੇ ਹਉਮੈ ਨਹੀਂ ਛੱਡੀ ਉਹਨੇ ਹੁਕਮ ਕੀ ਬੁੱਝਣਾ ਹੈ। ਫਿਰ ਕਾ ਹੁਕਮ ਨਾ ਪਾਇਓ ਮੁਈਏ, ਹੇ ਜੀਵ ਰੂਪੀ ਇਸਤਰੀ, ਜਿਨ੍ਹਾਂ ਨੇ ਆਪਾਂ ਭਾਵ ਨਹੀਂ ਗਵਾਇਆ, ਜਿਹੜੇ ਕਹਿੰਦੇ ਮੈਂ ਹਾਂ ਕੁਛ। ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋ ਹੈ। ਜਿਹੜਾ ਆਪਣੇ ਆਪ ਨੂੰ ਕੁਛ ਵੀ ਸਮਝਦਾ, ਕੁਛ ਵੀ। ਹੁਣ ਐਸਾ ਤਾਂ ਲੱਭਣਾ ਹੀ ਮੁਸ਼ਕਿਲ ਹੈ ਜਿਹੜਾ ਆਪਣੇ ਆਪ ਨੂੰ ਕੁਝ ਸਮਝਦਾ ਹੀ ਨਾ ਹੋਵੇ। ਕਰੋੜਾਂ ਅਰਬਾਂ ਖਰਬਾਂ ਚੋਂ ਕੋਈ ਇੱਕ ਅੱਧਾ ਹੋਵੇਗਾ, ਉਹਦੇ ਦਰਸ਼ਨ ਵੀ ਦੁਰਲੱਭ ਹਨ। ਬਹੁਤ ਕਠਿਨ ਘਾਟੀ ਹੈ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਸਾਹਿਬ ਜੀ ਆਪ ਹੀ ਕਿਰਪਾ ਕਰੋ। ਐਸੇ ਮਹਾਂਪੁਰਸ਼ਾਂ, ਸੰਤਾਂ, ਭਗਤਾਂ ਦੇ ਸਾਨੂੰ ਦਰਸ਼ਨ ਕਰਾ ਦਿਓ, ਜਿਨ੍ਹਾਂ ਦੇ ਅੰਦਰ ਮੈਂ ਮਿਟ ਚੁੱਕੀ ਹੈ, ਤੂੰ ਹੀ ਤੂੰ ਹੋ ਚੁੱਕਾ ਹੈ। ਫਿਰ ਕਾ ਹੁਕਮ ਨਾ ਪਾਇਓ ਮੁਈਏ, ਜਿਨੀ ਵਿੱਚੋਂ ਆਪ ਨਾ ਗਵਾਇਆ। ਜਿਨ੍ਹਾਂ ਨੇ ਆਪਾ ਭਾਵ ਨਹੀਂ ਗਵਾਇਆ, ਆਪਣੀ ਮੈਂ ਨੂੰ ਨਹੀਂ ਛੱਡਿਆ, ਆਪਣੀ ਹਸਤੀ ਨੂੰ ਨਹੀਂ ਮਿਟਾਇਆ, ਉਹਨਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਨੂੰ ਵੀ ਨਹੀਂ ਜਾਣਿਆ, ਨਹੀਂ ਜਾਣਿਆ। ਜਿਨੀ ਆਪ ਗਵਾਇਆ, ਤਿਨੀ ਫਿਰ ਪਾਇਆ, ਰੰਗ ਸਿਉ ਰਲੀਆਂ ਮਾਣ। ਜਿਨ੍ਹਾਂ ਨੇ ਆਪ ਭਾਵ ਗਵਾ ਲਿਆ ਹੈ, ਉਹਨਾਂ ਨੇ ਫਿਰ ਪਤੀ ਪਰਮਾਤਮਾ ਨੂੰ ਪਾ ਲਿਆ ਹੈ। ਜਿਨੀ ਆਪ ਗਵਾਇਆ, ਤਿਨੀ ਫਿਰ ਪਾਇਆ। ਜਿਨ੍ਹਾਂ ਨੇ ਆਪਾ ਭਾਵ ਗਵਾਇਆ ਹੈ, ਉਹਨਾਂ ਨੇ ਪਤੀ ਪਰਮਾਤਮਾ ਨੂੰ ਪਾਇਆ ਹੈ। ਰੰਗ ਸਿਉ ਰਲੀਆਂ ਮਾਣ। ਉਹ ਪਰਮਾਤਮਾ ਵਾਹਿਗੁਰੂ ਦੇ ਨਾਲ ਨਾਨਕ ਜਿਨ ਸਤਿਗੁਰ ਭੇਟਿਆ, ਰੰਗ ਰਲੀਆਂ ਮਾਣ। ਇੱਕ ਮਿਕ ਹੋ ਜਾਂਦੇ, ਰਲ ਜਾਂਦੇ ਆ ਪਰਮੇਸ਼ਰ ਨਾਲ। ਰਲਣ ਦਾ ਮਤਲਬ ਇੱਕ ਮਿਕ ਹੋ ਜਾਣਾ, ਮਿਕਸ ਹੋ ਜਾਣਾ, ਅਭੇਦ ਹੋ ਜਾਣਾ। ਉਹ ਪਰਮਾਤਮਾ ਦੇ ਨਾਲ ਅਭੇਦ ਹੋ ਜਾਂਦੇ ਹੈ। ਜਿਵੇਂ ਪਤੀ ਪਤਨੀ ਇੱਕ ਰੂਪ ਹੋ ਜਾਂਦੇ ਹੈ, ਤਾਂ ਫਿਰ ਸੰਤਾਨ ਦੀ ਉਤਪਤੀ ਹੁੰਦੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਸੇ ਤਰ੍ਹਾਂ ਆਤਮਾ ਪਰਮਾਤਮਾ ਜਦੋਂ ਇੱਕਮਿਕ ਹੋ ਜਾਂਦੇ ਆ, ਤਾਂ ਆਨੰਦ ਦੀ ਉਤਪਤੀ ਹੁੰਦੀ ਹੈ। ਉਸ ਆਨੰਦ ਅਵਸਥਾ ਦਾ ਕੋਈ ਵਿਖਿਆਨ ਨਹੀਂ ਕਰ ਸਕਦਾ। ਉਸ ਅਵਸਥਾ ਨੂੰ ਕਿਸੇ ਤਰ੍ਹਾਂ ਵੀ ਸਮਝਾਇਆ ਬੁਝਾਇਆ ਨਹੀਂ ਜਾ ਸਕਦਾ, ਵਿਸ਼ਲੇਸ਼ਣ ਨਹੀਂ ਕੀਤੇ ਜਾ ਸਕਦੇ। ਐਸਾ ਉਹ ਆਨੰਦ ਹੁੰਦਾ, ਐਸੀਆਂ ਉਹ ਰੰਗ ਰਲੀਆਂ ਹੁੰਦੀਆਂ ਨੇ। ਦੁਨਿਆਵੀ ਤੌਰ 'ਤੇ ਤਾਂ ਰੰਗ ਰਲੀਆਂ ਜਿਹੜੀਆਂ ਲੋਕ ਮਾਣਦੇ ਹਨ, ਕੁਝ ਸਮੇਂ ਬਾਅਦ ਜਾ ਕੇ ਉਹਨਾਂ ਵਿੱਚ ਰੁਕਾਵਟ ਪੈਂਦੀ ਹੈ। ਕੁਝ ਸਮੇਂ ਬਾਅਦ ਪਤੀ ਪਤਨੀ ਦਾ ਵਿਛੋੜਾ ਹੋ ਜਾਂਦਾ ਹੈ। ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ। ਇੱਕ ਦਿਨ ਪਤੀ ਪਤਨੀ ਵੀ ਵਿਛੜ ਜਾਣੇ ਆ। ਇਹ ਤਾਂ ਦੁਨਿਆਵੀ ਰੰਗ ਰਲੀਆਂ ਤਾਂ ਇੱਕ ਬਸ ਨਮੂਨਾ ਮਾਤਰ ਹਨ। ਅਸਲੀ ਰੰਗ ਰਲੀਆਂ ਉਹ ਹਨ ਜਦੋਂ ਆਤਮਾ ਪਰਮਾਤਮਾ 'ਚ ਜਾ ਕੇ ਰਲ ਜਾਂਦੀ ਹੈ, ਦੁਬਿਧਾ ਦਾ ਨਾਸ ਹੋ ਜਾਂਦਾ ਹੈ, ਅਤੇ ਜੋਤ ਇੱਕਮਿਕ ਹੋ ਕੇ ਮੁਕਤ ਹੋ ਜਾਂਦੀ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਸਦਾ ਰੰਗ ਰਾਤੀ ਸਹਿਜੇ ਮਾਤੀ, ਅਣ ਦਿਨ ਨਾਮ ਵਖਾਣ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਸਦਾ ਹੀ ਉਹ ਜੀਵ ਆਤਮਾ ਵਾਹਿਗੁਰੂ ਦੇ ਰੰਗ ਵਿੱਚ ਰੰਗੀ ਰਹਿੰਦੀ ਹੈ। ਰੰਗ ਨਾਮ ਪ੍ਰੇਮ ਦਾ ਹੈ।
ਜਿਵੇਂ ਕਹਿੰਦੇ ਨਾ ਵੀ ਆਹ ਬੰਦੇ ਨੂੰ ਤਾਂ ਕਿ ਫਲਾਣੇ ਦਾ ਰੰਗ ਚੜ੍ਹ ਗਿਆ, ਇਹ ਤਾਂ ਹੁਣ ਉਹਦੀਆਂ ਹੀ ਗੱਲਾਂ ਕਰਦਾ। ਜਿਹਦੇ ਨਾਲ ਜਿਹਦਾ ਪ੍ਰੇਮ ਹੋਵੇ, ਜਿਹਦੇ ਨਾਲ ਵੀ ਜਿਹਦਾ ਪ੍ਰੇਮ ਹੋਵੇ ਉਹ ਉਹਨੂੰ ਯਾਦ ਕਰੇਗਾ। ਗੁਰਬਾਣੀ 'ਚ ਬਚਨ ਆਉਂਦਾ, ਜਾਹੂ ਕਾਹੂ ਆਪਣੋ ਹੀ ਚੇਤੇ ਆਵੇ, ਆਪਣੇ ਪੈ ਦੁੱਖ ਆਪਣੇ ਪੈ ਸੁਖਾ। ਕਹਿੰਦੇ ਆਪਣੇ ਦੋਸਤ ਮਿੱਤਰ ਨੂੰ ਹੀ ਅਸੀਂ ਯਾਦ ਕਰਦੇ ਹਾਂ ਦੁੱਖ ਵਿੱਚ, ਅਤੇ ਆਪਣੇ ਦੋਸਤ ਮਿੱਤਰ ਨੂੰ ਯਾਦ ਕਰਦੇ ਹਾਂ ਸੁੱਖ ਵਿੱਚ। ਜਿਹਦੇ ਨਾਲ ਪ੍ਰੇਮ ਹੋਵੇਗਾ, ਜਦੋਂ ਸੁੱਖ ਦੀ ਘੜੀ ਆਵੇਗੀ ਕਹਾਂਗੇ ਉਹ ਅੱਜ ਸਾਡੇ ਕੋਲ ਹੋਵੇ ਨਾ, ਉਹਨੂੰ ਵਿਆਹ 'ਤੇ ਬੁਲਾਈਏ, ਪਾਰਟੀ 'ਤੇ ਬੁਲਾਈਏ, ਬੜਾ ਵਧੀਆ ਹੋਵੇਗਾ। ਮਿੱਤਰਾਂ ਨੂੰ ਬੁਲਾਈਦਾ। ਜੇ ਦੁੱਖ ਹੋਵੇ, ਪੀੜਾ ਹੋਵੇ, ਤਾਂ ਵੀ ਆਪਣੇ ਨੂੰ ਆਵਾਜ਼ ਮਾਰੀ ਦੀ ਹੈ। ਇਹਦਾ ਮਤਲਬ ਉਹਦਾ ਰੰਗ ਚੜਿਆ ਹੁੰਦਾ, ਉਹਦੀ ਪ੍ਰੀਤ ਵਸੀ ਹੁੰਦੀ ਹੈ। ਸੰਤਾਂ ਭਗਤਾਂ ਨੂੰ ਵਾਹਿਗੁਰੂ ਦੀ ਪ੍ਰੀਤ ਹੈ। ਸਦਾ ਰੰਗ ਰਾਤੀ, ਸਦਾ ਉਹਦੇ ਰੰਗ 'ਚ ਰੰਗੀ ਗਈ ਆਤਮਾ। ਸਹਿਜੇ ਮਾਤੀ, ਸਹਿਜੇ ਹੀ ਮਸਤ ਹੋ ਗਈ ਉਸ ਰਸ ਵਿੱਚ, ਉਸ ਨਸ਼ੇ ਵਿੱਚ। ਮਾਤੀ ਮੈਨੇ ਮਸਤ। ਜਿਵੇਂ ਕਿਸੇ ਨੂੰ ਕਿਸੇ ਚੀਜ਼ ਦਾ ਨਸ਼ਾ ਹੁੰਦਾ, ਕਿਸੇ ਨੂੰ ਕਿਸੇ ਚੀਜ਼ ਦਾ ਨਸ਼ਾ ਹੁੰਦਾ ਹੈ। ਪਰਮੇਸ਼ਰ ਦੇ ਪਿਆਰਿਆਂ ਨੂੰ ਪਰਮੇਸ਼ਰ ਦੇ ਪਿਆਰ ਦਾ ਨਸ਼ਾ ਚੜ੍ਹ ਜਾਂਦਾ, ਸਦਾ ਹੀ ਸਹਿਜ ਅਵਸਥਾ ਵਿੱਚ ਮਸਤ ਰਹਿੰਦੇ। ਅਨ ਦਿਨ ਨਾਮ ਵਖਾਣੈ, ਦਿਨ ਰਾਤ ਤੂੰ ਹੀ ਜਪਦੇ ਰਹਿੰਦੇ। ਵਾਹਿਗੁਰੂ 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 ਵਾਹਿਗੁਰੂ, ਤੂੰ ਹੀ ਹੈ, ਮੈਂ ਹੈ ਹੀ ਨਹੀਂ। ਕਾਮਣ ਵੱਡ ਭਾਗੀ, ਅੰਤਰ ਲਿਵ ਲਾਗੀ। ਉਹ ਜਿਹੜੀ ਕਾਮਣ ਇਸਤਰੀ ਵੱਡੇ ਭਾਗਾਂ ਵਾਲੀ ਹੈ। ਵਡਭਾਗੀ, ਵਡਭਾਗੀ ਦੇ ਮਹਾਂਪੁਰਸ਼ਾਂ ਨੇ ਕਈ ਪ੍ਰਕਾਰ ਨਾਲ ਅਰਥ ਕੀਤੇ ਆ। ਵੱਡੇ ਭਾਗਾਂ ਵਾਲੀ ਤਾਂ ਸਾਰਿਆਂ ਨੂੰ ਸਮਝ ਆ ਹੀ ਜਾਂਦੀ। ਅੰਤਰੀਵ ਅਰਥ ਇੱਦਾਂ ਵੀ ਕਰਦੇ ਆ, ਵੱਡ ਭਾਗੀ, ਜਿਨ੍ਹਾਂ ਦੇ ਅੰਦਰੋਂ ਵਡਿਆਈ ਦੀ ਗੱਲ ਭੱਜ ਜਾਂਦੀ, ਦੌੜ ਜਾਂਦੀ ਹੈ। ਭਾਗੀ ਮੈਨੇ ਭੱਗ ਗਈ, ਭੱਜ ਗਈ। ਕੀ ਵੱਡ ਮੈਂ ਵੱਡਾ ਹਾਂ, ਮੈਂ ਵੱਡਾ ਹਾਂ ਜਾਂ ਮੈਂ ਵੱਡੀ ਹਾਂ। ਜਿਹੜੀ ਇਸਤਰੀ ਦੇ ਮਨ 'ਚੋਂ ਇਹ ਗੱਲ ਨਿਕਲ ਗਈ, ਉਹ ਕਾਮਣ ਵਡਭਾਗੀ, ਉਹ ਵੱਡੇ ਭਾਗਾਂ ਵਾਲੀ ਹੋ ਗਈ। ਅੰਤਰ ਲਿਵ ਲੱਗ ਗਈ, ਉਹਦੀ ਲਿਵ ਬਾਹਰ ਹਟ ਕੇ ਅੰਤਰਮੁਖੀ ਹੋ ਗਈ, ਆਪਣੇ ਸਰੂਪ ਵਿੱਚ ਉਹਦਾ ਧਿਆਨ ਚਲਾ ਗਿਆ। ਹਰ ਕਾ ਪ੍ਰੇਮ ਸੁਭਾਇਆ, ਹਰੀ ਦਾ ਪ੍ਰੇਮ ਉਹਨਾਂ ਨੂੰ ਚੰਗਾ ਲੱਗਦਾ ਹੈ। ਵਾਹਿਗੁਰੂ 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 ਜਪੀ ਜਾਂਦੇ। ਨਾਨਕ ਕਾਮਣ ਸਹਿਜੇ ਰਾਤੀ, ਜਿਨ ਸੱਚ ਸ਼ਿੰਗਾਰ ਬਣਾਇਆ। ਮਹਾਰਾਜ ਕਹਿੰਦੇ ਇਹੋ ਜਿਹੀ ਕਾਮਣ ਸਹਿਜੇ ਹੀ ਵਾਹਿਗੁਰੂ ਦੇ ਰੰਗ ਵਿੱਚ ਰੰਗੀ ਗਈ, ਜਿਨ੍ਹਾਂ ਨੂੰ ਸੱਚਾ ਸ਼ਿੰਗਾਰ ਪ੍ਰਾਪਤ ਹੋ ਗਿਆ। ਹਉਮੈ ਮਾਰ ਮੁਈਏ, ਤੂੰ ਚੱਲ ਗੁਰ ਕੈ ਭਾਏ। ਹੇ ਮੁਈਏ, ਹੇ ਜੀਵ ਰੂਪੀ ਇਸਤਰੀ, ਤੂੰ ਗੁਰੂ ਦੇ ਭਾਣੇ ਵਿੱਚ ਚੱਲ। ਹਉਮੈ ਮਾਰ ਕੇ ਵਾਹਿਗੁਰੂ ਦੇ ਭਾਣੇ ਵਿੱਚ ਚੱਲ। ਹਰ ਵਰ ਰਾਵਹਿ ਸਦਾ ਮੁਈਏ, ਨਿਜ ਘਰ ਵਾਸਾ ਪਾਏ। ਹਰ ਵਰ ਰਾਵਹਿ, ਹਰ ਪਰਮਾਤਮਾ ਪਤੀ ਨੂੰ ਉਹ ਸਦਾ ਹੀ ਜੀਵ ਰੂਪੀ ਇਸਤਰੀ ਪ੍ਰਾਪਤ ਕਰੇਗੀ। ਨਿਜ ਘਰ ਵਾਸਾ ਪਾਏ, ਹੇ ਜੀਵ ਰੂਪੀ ਇਸਤਰੀ, ਤੂੰ ਆਪਣੇ ਘਰ 'ਚ ਵਾਸਾ ਪਾ ਲਵੇਂਗੀ। ਆਪਣੀ ਆਤਮਾ ਵਿੱਚ ਹੀ ਪਰਮਾਤਮਾ ਲੱਭ ਜਾਏਗਾ। ਨਿਜ ਘਰ ਵਾਸਾ ਪਾਏ, ਸ਼ਬਦ ਵਜਾਏ, ਸਦਾ ਸੁਹਾਗਣ ਨਾਰੀ। ਆਪਣੇ ਆਤਮ ਸਰੂਪ ਵਿੱਚ ਵਾਸਾ ਪਾ ਲਿਆ। ਜਦੋਂ ਆਤਮ ਸਰੂਪ ਵਿੱਚ ਵਾਸਾ ਪਾ ਲਿਆ ਤਾਂ ਅਨਹਦ ਸ਼ਬਦ ਬਿਨਾਂ ਵਜਾਇਆਂ ਵੱਜਣ ਲੱਗ ਗਏ। ਫਿਰ ਉਹ ਸੁਹਾਗਣ ਸਦਾ ਹੀ ਸੁਹਾਗਣ ਰਹਿੰਦੀ ਹੈ। ਸਦਾ ਸੁਹਾਗਣ ਨਾਰੀ। ਫਿਰ ਰਲਿਆਲਾ ਜੋਬਨ ਬਾਲਾ, ਅਣ ਦਿਨ ਕੰਤ ਸਵਾਰੀ। ਫਿਰ ਪ੍ਰਾਪਤ ਹੁੰਦਾ ਰਲੀਆਂ ਮਾਣਨ ਵਾਲਾ, ਸਦਾ ਹੀ ਜਵਾਨ ਰਹਿਣ ਵਾਲਾ, ਕਦੀ ਬੁੱਢਾ ਨਾ ਹੋਵੇ, ਕਦੀ ਬਿਮਾਰ ਨਾ ਹੋਵੇ, ਕਦੀ ਛੱਡ ਕੇ ਨਾ ਜਾਵੇ, ਕਦੀ ਉਹਦੀ ਸੁਹਾਗਣ ਨੂੰ ਰਿੰਡੇਪਾ ਨਾ ਕੱਟਣਾ ਪਵੇ। ਇਹੋ ਜਿਹਾ ਸੁਹਾਗ ਪ੍ਰਾਪਤ ਹੁੰਦਾ। ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤਾ। ਇੱਕ ਵਾਰੀ ਵਸ ਆ ਗਿਆ ਫਿਰ ਛੱਡ ਕੇ ਨਹੀਂ ਜਾਂਦਾ। ਅਣ ਦਿਨ ਕੰਤ ਸਵਾਰੀ।
ਫਿਰ ਉਹ ਸੁਹਾਗਣ ਦਿਨ ਰਾਤ ਸ਼ਿੰਗਾਰੀ ਸਵਾਰੀ ਰਹਿੰਦੀ ਹੈ। ਉਹ ਸਦਾ ਹੀ ਸੁਹਾਗਣ ਹੋ ਜਾਂਦੀ ਹੈ, ਵਾਹਿਗੁਰੂ ਦੇ ਲੜ ਲੱਗ ਜਾਂਦੀ ਹੈ। ਹਰ ਵਰ ਸੁਹਾਗੋ ਮਸਤਕ ਭਾਗੋ, ਸੱਚਾ ਸ਼ਬਦ ਸੁਹਾਏ। ਮਹਾਰਾਜ ਸਾਹਿਬ ਕਹਿੰਦੇ ਹਰੀ ਪ੍ਰਮਾਤਮਾ ਪਤੀ ਉਹਦਾ ਸੁਹਾਗ ਬਣ ਗਿਆ। ਮੱਥੇ ਦੇ ਭਾਗ ਜਾਗ ਪਏ ਉਸ ਇਸਤਰੀ ਦੇ। ਸੱਚੇ ਸ਼ਬਦ ਸੁਹਾਏ, ਸੱਚੇ ਸ਼ਬਦ ਦੁਆਰਾ ਉਹ ਸੋਭਨੀਕ ਹੁੰਦੀ ਹੈ। ਜਿਵੇਂ ਕਿਸੇ ਇਸਤਰੀ ਦਾ 16 ਸ਼ਿੰਗਾਰ, 32 ਲੱਛਣ, 64 ਕਲਾ ਦੇ ਨਾਲ ਸ਼ਿੰਗਾਰ ਹੁੰਦਾ ਹੈ, ਉਸ ਜੀਵਾਤਮਾ ਦਾ ਸ਼ਿੰਗਾਰ ਕੇਵਲ ਸ਼ਬਦ ਨਾਲ ਹੁੰਦਾ ਹੈ। ਨਾਨਕ ਕਾਮਣ ਹਰ ਰੰਗ ਰਾਤੀ, ਜਾਂ ਚੱਲੈ ਸਤਿਗੁਰ ਭਾਏ। ਮਹਾਰਾਜ ਕਹਿੰਦੇ ਉਹ ਕਾਮਣ, ਉਹ ਜੀਵਾਤਮਾ ਸਦਾ ਹੀ ਹਰੀ ਦੇ ਰੰਗ ਵਿੱਚ ਰੰਗੀ ਰਵੇ, ਜਿਹੜੀ ਵਾਹਿਗੁਰੂ ਦੇ ਭਾਣੇ ਵਿੱਚ ਚੱਲੇ, ਗੁਰੂ ਦੇ ਭਾਣੇ ਵਿੱਚ ਚੱਲੇ। ਇਹੋ ਜਿਹੇ ਪਾਵਨ ਬਚਨ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਸਾਡੇ ਕਲਯੁਗੀ ਜੀਵਾਂ ਦੇ ਕਲਿਆਣ ਵਾਸਤੇ ਵਡੰਸ ਰਾਗ ਵਿੱਚ ਉਚਾਰਨ ਕੀਤੇ ਹਨ। ਆਓ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ। ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ। ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲ, ਹਰ ਨਾਲ ਰੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ, ਘਰ ਤਾਂ ਤੇਰਾ ਜਿਸ ਦੇ ਸੋ ਪਾਵੇ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੁ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਘਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਤੁਰ ਕਰਮ ਪਾਇਆ। ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਸੰਤ ਸਾਜਨ ਭਏ ਸਰਸੇ ਪੂਰੇ। ਸੁਣਤੇ ਪੁਨੀਤ ਕਹਿਤੇ, ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ। ਦਿਵਸ ਰਾਤ ਦੁਇ ਦਾਈ ਦਾਇਆ ਖੇਲ, ਚੰਗਿਆਈਆਂ ਬੁਰਿਆਈਆਂ ਵਾਚੈ ਧਰ। ਕਰਮੀ ਆਪੋ ਆਪਣੀ ਖੇਲ, ਜਿਨੀ ਨਾਮ ਧਿਆਇਆ ਗਏ ਮਸਕ। ਨਾਨਕ ਤੇ ਮੁਖ ਉਜਲੇ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ